सत श्री अकाल प्यारे विद्यार्थियों, मैं तुहाडा अपना पंजाबी अध्यापक शिवदेव सिंह तुहाडा सारिਆਂ ਦਾ स्वागत करता हाँ। आओ असी अज दा विशा शुरू करते हैं। साडा अज दा विशा है पंजाबी पाठ पुस्तक संदली पैड़ा भाग 7 विच दर्ज पाठ सच दी लो, जिस दे लेखक हैं जसवीर भुल्लर। आओ ਹੁਣ ਅਸੀਂ ਇਸ ਪਾਠ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਸਿੱਖਿਆ ਉਦੇਸ਼ ਜਾਂ ਲਰਨਿੰਗ ਆਬਜੈਕਟ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਵਿਸ਼ੇ ਸੰਬੰਧੀ ਜਾਣਕਾਰੀ ਪ੍ਰਾਪਤ ਹੋਵੇਗੀ। ਸਦਾ ਸੱਚ ਬੋਲਣਗੇ ਅਤੇ ਸੱਚਾਈ ਦਾ ਸਾਥ ਦੇਣਗੇ। ਸਮਾਜਿਕ ਜੀਵਨ ਬਾਰੇ ਪਤਾ ਚੱਲੇਗਾ। ਨੈਤਿਕ ਗੁਣਾਂ ਦਾ ਵਿਕਾਸ ਹੋਵੇਗਾ ਅਤੇ ਸ਼ਬਦ ਭੰਡਾਰ ਵਿੱਚ ਵਾਧਾ ਹੋਵੇਗਾ। ਆਓ ਹੁਣ ਅਸੀਂ ਔਖੇ ਸ਼ਬਦਾਂ ਦੇ ਅਰਥਾਂ ਬਾਰੇ ਜਾਣਕਾਰੀ ਦੇ ਦਿੰਦੇ ਹਾਂ। ਇਹ ਕੁਝ ਔਖੇ ਸ਼ਬਦਾਂ ਦੇ ਅਰਥ ਹਨ ਜੋ ਕਿ ਇਸ ਪਾਠ ਦੇ ਵਿੱਚ ਆਏ ਹਨ। ਜਿਵੇਂ ਜਿਵੇਂ ਅਸੀਂ ਪਾਠ ਪੜ੍ਹਦੇ ਜਾਵਾਂਗੇ ਹੋਰ ਵੀ ਔਖੇ ਸ਼ਬਦ ਜੋ ਆਉਣਗੇ ਉਹਨਾਂ ਦੇ ਮੈਂ ਨਾਲ ਨਾਲ ਵਿਆਖਿਆ ਕਰਦਾ ਜਾਵਾਂਗਾ, ਔਖੇ ਸ਼ਬਦਾਂ ਦੇ ਅਰਥ ਦੱਸਦਾ ਜਾਵਾਂਗਾ ਅਤੇ ਤੁਸੀਂ ਇਹ ਅਤੇ ਬਾਕੀ ਜੋ ਔਖੇ ਸ਼ਬਦ ਹਨ ਉਹਨਾਂ ਦੇ ਅਰਥ ਆਪਣੀ ਕਾਪੀ 'ਤੇ ਨੋਟ ਡਾਊਨ ਕਰ ਲੈਣੇ ਹਨ। ਆਓ ਹੁਣ ਅਸੀਂ ਪਾਠ ਸੱਚ ਦੀ ਲੋ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ। ਉਨੀ ਦਿਨੀ ਖੇਤੀਬਾੜੀ ਦੇ ਨਵੇਂ ਢੰਗ ਪ੍ਰਚਲਿਤ ਹੋ ਰਹੇ ਸਨ। ਢੰਗ ਦਾ ਮਤਲਬ ਹੁੰਦਾ ਨਵੇਂ ਤਰੀਕੇ, ਕਿ ਖੇਤੀਬਾੜੀ ਦਾ ਮਤਲਬ ਹੁੰਦਾ ਹੈ ਜੋ ਆਪਾਂ ਖੇਤਾਂ ਦੇ ਵਿੱਚ ਫਸਲ ਕਿਸਾਨ ਬੀਜਦਾ ਹੈ, ਕਿ ਖੇਤੀਬਾੜੀ ਵਿੱਚ ਨਵੇਂ ਢੰਗ ਤਰੀਕੇ ਆ ਰਹੇ ਸਨ। ਬਾਬੇ ਨੇ ਵੀ ਬਲਦਾਂ ਨਾਲ ਖੇਤੀ ਕਰਨ ਦੇ ਪੁਰਾਣੇ ਤਰੀਕੇ ਨੂੰ ਤਿਆਗ ਕੇ ਟਰੈਕਟਰ ਖਰੀਦਣ ਦਾ ਮਨ ਬਣਾ ਲਿਆ ਸੀ। ਕਿ ਇਸ ਪਾਠ ਦਾ ਜੋ ਮੁੱਖ ਪਾਤਰ ਹੈ ਬਾਬਾ, ਉਸਨੇ ਵੀ ਸੋਚਿਆ ਕਿ ਮੈਂ ਜੋ ਖੇਤੀਬਾੜੀ ਦੇ ਵਿੱਚ ਨਵੇਂ ਢੰਗ ਆ ਰਹੇ ਹਨ ਅਤੇ ਮੈਂ ਵੀ ਬਲਦਾਂ ਨੂੰ ਛੱਡ ਕੇ ਹੁਣ ਟਰੈਕਟਰ ਖਰੀਦਣ ਦਾ ਮਨ ਬਣਾ ਲੈਂਦਾ ਹੈ। ਉਸਨੇ ਜਮ੍ਹਾਂ ਪੂੰਜੀ ਦਾ ਹਿਸਾਬ ਲਾਇਆ ਤਾਂ ਰਕਮ ਥੁੜ ਰਹੀ ਸੀ। ਬਾਕੀ ਦੇ ਰੁਪਇਆਂ ਲਈ ਉਸਨੇ ਗਿਰਧਾਰੀ ਲਾਲ ਤੋਂ ਉਧਾਰ ਲੈ ਲਏ ਅਤੇ ਟਰੈਕਟਰ ਖਰੀਦ ਲਿਆ। ਉਸਨੇ ਆਪਣੇ ਪੈਸੇ ਜੋ ਜੋੜੇ ਸਨ ਉਹਨਾਂ ਦਾ ਜਦੋਂ ਟੋਟਲ ਕਰਕੇ ਦੇਖਿਆ ਤਾਂ ਕੁਝ ਪੈਸੇ ਘੱਟ ਰਹੇ ਸਨ। ਇਸ ਲਈ ਉਸਨੇ ਆਪਣੇ ਪਿੰਡ ਦੇ ਵਿੱਚ ਇੱਕ ਗਿਰਧਾਰੀ ਲਾਲ ਸ਼ਾਹ ਸੀ, ਉਸ ਤੋਂ ਕੋਲੋਂ ਟਰੈਕਟਰ ਖਰੀਦਣ ਲਈ ਕੁਝ ਪੈਸੇ ਉਧਾਰੇ ਲੈ ਲਏ। ਬਾਬੇ ਕੋਲੋਂ ਉਧਾਰ ਦੀ ਰਕਮ ਵੇਲੇ ਨਾਲ ਵਾਪਸ ਨਾ ਹੋਈ ਤਾਂ ਗਿਰਧਾਰੀ ਸ਼ਾਹ ਤਕਾਜ਼ਾ ਕਰਨ ਪਹੁੰਚ ਗਿਆ। ਬੇਟਾ ਤਕਾਜ਼ਾ ਕਰਨ ਤੋਂ ਭਾਵ ਹੁੰਦਾ ਆ ਕਿ ਕਿਸੇ ਚੀਜ਼ ਨੂੰ ਵਾਪਸ ਲੈਣਾ, ਠੀਕ ਹੈ। ਕਿਉਂਕਿ ਬਾਬੇ ਨੇ ਗਿਰਧਾਰੀ ਲਾਲ ਕੋਲੋਂ ਉਧਾਰ ਲਿਆ ਹੋਇਆ ਸੀ ਟਰੈਕਟਰ ਖਰੀਦਣ ਲਈ, ਪਰ ਜਦੋਂ ਬਾਬੇ ਨੇ ਉਹ ਰਕਮ ਟਾਈਮ 'ਤੇ ਵਾਪਸ ਨਾ ਕੀਤੀ ਤਾਂ ਗਿਰਧਾਰੀ ਲਾਲ ਉਸ ਕੋਲੋਂ ਆਪਣੀ ਰਕਮ ਵਾਪਸ ਲੈਣ ਲਈ ਪਹੁੰਚ ਗਿਆ। ਭਾਵੇਂ ਉਧਾਰ ਦੇ ਮਾਰੇ ਜਾਣ ਦਾ ਕੋਈ ਡਰ ਨਹੀਂ ਸੀ, ਪਰ ਗਿਰਧਾਰੀ ਸ਼ਾਹ ਨੇ ਉਧਾਰ ਦੀ ਫੌਰੀ ਵਾਪਸੀ ਉੱਤੇ ਜ਼ੋਰ ਦਿੱਤਾ। ਕਿ ਭਾਵੇਂ ਗਿਰਧਾਰੀ ਲਾਲ ਨੂੰ ਪਤਾ ਸੀ ਕਿ ਜੇ ਪੈਸੇ ਨਾ ਵੀ ਦਿੱਤੇ, ਠੀਕ ਆ, ਕਿਉਂਕਿ ਉਸਨੂੰ ਕੋਈ ਡਰ ਨਹੀਂ ਸੀ, ਕਿਉਂਕਿ ਉਸਨੇ ਲਿਖਾ ਪੜ੍ਹਤ ਕੀਤੀ ਹੋਈ ਸੀ। ਫੌਰੀ ਵਾਪਸੀ ਦਾ ਬੇਟਾ ਭਾਵ ਹੁੰਦਾ ਆ ਤੁਰੰਤ ਵਾਪਸ ਕਰਨ ਲਈ। ਉਸਨੇ ਬਾਬੇ ਨੂੰ ਕਿਹਾ ਕਿ ਮੈਨੂੰ ਛੇਤੀ ਤੋਂ ਛੇਤੀ ਆਪਣੇ ਪੈਸੇ ਵਾਪਸ ਦੇ। ਬਾਬਾ ਤਾਂ ਆਪ ਵੀ ਕਾਲਾ ਪਿਆ ਹੋਇਆ ਸੀ, ਪਰ ਲੋੜੀਂਦੀ ਰਕਮ ਦਾ ਪ੍ਰਬੰਧ ਕਰਨ ਲਈ ਉਹਨੂੰ 3 ਮਹੀਨਿਆਂ ਦੀ ਮੌਲਤ ਆਈ ਸੀ। ਬਾਬੇ ਨੇ ਕਿਹਾ ਕਿ ਮੈਨੂੰ 3 ਮਹੀਨਿਆਂ ਦਾ ਟਾਈਮ ਦੇ, ਕਿਉਂਕਿ ਮੈਂ ਵੀ ਖੁਦ ਚਾਹੁੰਦਾ ਹਾਂ ਕਿ ਮੈਂ ਤੇਰਾ ਉਧਾਰ ਛੇਤੀ ਤੋਂ ਛੇਤੀ ਵਾਪਸ ਕਰ ਦੇਵਾਂ। ਗਿਰਧਾਰੀ ਸ਼ਾਹ ਨੇ ਮੋਹਲਤ ਦੇਣ ਤੋਂ ਸਾਫ਼ ਨਾ ਕਰ ਦਿੱਤੀ ਅਤੇ ਰੁਪਏ ਦੀ ਵਸੂਲੀ ਲਈ ਕਚਹਿਰੀ ਜਾਣ ਦਾ ਬੂਹਾ ਖੜਕਾਇਆ। ਕਿ ਗਿਰਧਾਰੀ ਲਾਲ ਨੇ ਕਿਹਾ ਕਿ ਮੈਂ ਤੈਨੂੰ ਹੋਰ ਮੋਹਲਤ ਦਾ ਮਤਲਬ ਹੁੰਦਾ ਬੇਟਾ ਸਮਾਂ, ਕਿ ਮੈਂ ਤੈਨੂੰ ਹੋਰ ਸਮਾਂ ਨਹੀਂ ਦੇ ਸਕਦਾ, ਮੈਂ ਹੁਣ ਕਚਹਿਰੀ ਦੇ ਥਰੂ ਜਿਹੜਾ ਹੈਗਾ ਆ ਉਹ ਤੇਰੇ ਕੋਲੋਂ ਪੈਸੇ ਵਾਪਸ ਲਵਾਂਗਾ। ਕਿ ਉਹਨੇ ਕੋਰਟ ਕਚਹਿਰੀ ਦੀ ਉਸਨੂੰ ਧਮਕੀ ਦੇ ਦਿੱਤੀ। ਬਾਬੇ ਨੂੰ ਕੋਰਟ ਵੱਲੋਂ ਸੰਮਨ ਪਹੁੰਚਿਆ ਤਾਂ ਉਹ ਇੱਕ ਸਿਆਣੇ ਵਕੀਲ ਕੋਲ ਜਾ ਮਿਲਿਆ। ਵਕੀਲ ਨੇ ਸਾਰੀ ਗੱਲ ਸੁਣ ਕੇ ਬਾਬੇ ਨੂੰ ਹੌਸਲਾ ਦਿੱਤਾ ਅਤੇ ਫਿਕਰ ਨਾ ਕਰਨ ਲਈ ਕਿਹਾ ਕਿ ਮੈਂ ਸਭ ਸੰਭਾਲ ਲਵਾਂਗਾ। ਬੇਟਾ ਸੰਮਨ ਤੋਂ ਭਾਵ ਹੁੰਦਾ ਆ ਕੋਰਟ ਵੱਲੋਂ ਸੱਦਾ ਮਿਲਣਾ। ਕਿ ਬਾਬੇ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਅਤੇ ਬਾਬਾ ਇੱਕ ਸਿਆਣੇ ਵਕੀਲ ਕੋਲ ਚਲਾ ਗਿਆ ਅਤੇ ਵਕੀਲ ਨੇ ਸਾਰੀ ਗੱਲ ਸੁਣ ਕੇ ਅਤੇ ਉਸਨੂੰ ਕਿਹਾ ਕਿ ਕੋਈ ਗੱਲ ਨਹੀਂ, ਮੈਂ ਸਾਰੀ ਗੱਲ ਨੂੰ ਸੰਭਾਲ ਲਵਾਂਗਾ। ਕੇਸ ਦੀ ਸੁਣਵਾਈ ਵਾਲੇ ਦਿਨ ਬਾਬਾ ਕਚਹਿਰੀ ਪਹੁੰਚ ਗਿਆ। ਵਕੀਲ ਦੇ ਕੈਬਨ ਵਿੱਚ ਕੁਝ ਹੋਰ ਲੋਕ ਵੀ ਬੈਠੇ ਹੋਏ ਸਨ। ਕੇਸ ਬਾਰੇ ਸਮਝਾਉਣ ਲਈ ਵਕੀਲ ਬਾਬੇ ਨੂੰ ਬਾਹਰ ਲੈ ਗਿਆ। ਦੋਵੇਂ ਕਚਹਿਰੀ ਦੀ ਬਾਹਰਲੀ ਕੰਧ ਕੋਲ ਜਾ ਖਲੋਤੇ।
बेटा कचहरियां दे विच केस लड़न लई वकील हुंदे आ, ठीक है, जिहड़े कि कचहरियां दे विच जाके केस लड़दे हन। कि केस की सुनवाई लई बाबा कचहरी विच पहुँच गया तो वकील ने अपने कैबन दे विच रश सीगा। वकील जिथे बैठते हैं उन्होंने कैबन कहते हैं कि उत्थे रश होने करके वो बाबे नूं बाहर लै गया, जो कि बाहरली कंध दे कोल जाके खड़े होके गल्लां करन लग पे। मुकदमे दी पैरवी लई गिरधारी शाह कचहरी आ रहा सी। सड़क टप्पण लग्या उसने बाबे नूं वकील कोल खलोतिया वेख्या। ਉਹਦੇ अंदर ਦੋਹਾਂ ਦੀ ਗੱਲ सुनन ਦੀ उत्सुकता जागी। ਉਹ ਦੂਜੇ ਪਾਸੇ ਕੰਧ ਕੋਲ ਸ਼ਹਿ ਕੇ ਖਲੋ ਗਿਆ ਕਿ अपने केस की पैरवी लई, पैरवी का मतलब भाव होंदा कि अपने केस नूं देखण लई, ठीक है। गिरधारी शाह भी कचहरी विच आ गया ते जदों सड़क पार कर रहा सी तां उसने देखा कि बाबा अपने वकील कोल कंध दे ओले खड़ा है। तो उन्हें की किया कि कंध दे दूसरे पासे जाके वो दोवां दी गल्लां सुनन लई उत्थे कंध दे दूजे पासे जाके खड़ा हो गया। कंध दे कोल शह के खलो गया। बेटा शह के तो भाव हुंदा आ लुक के, ठीक है, चुपचाप चोरी चोरी आके उन्हां दे कोल उत्थे कंध दूजे पासे कंध दे खड़ा हो गया। वेखो बाबा जी, तुसी अंदर जाके जज सामने बस इन्ना कहना है कि पर नोट उत्ते तुहाडे दस्खत नहीं हैं, दस्खत उर्दू विच हन ते उर्दू तुहानू आउंदी नहीं है। तुसी गिरधारी शाह कोलों कोई कर्जा नहीं लिया। वकील कहता है कि बाबा जी देखो तुसी अगे जज को जाके ये कहना है कि इस परनोट उत्ते मेरे दस्खत नहीं हैं। बेटा परनोट का मतलब होंदा है एक इकरारनामा, सरकारी एक दस्तावेज होंदा है। जदों भी कोई पुराने समयां दे विच जिहड़े लाले हुंदे सन, ठीक है, जिहड़े गिरधारी शाह वर्गे लाले हुंदे सन, वो किसानां नूं करजा दिंदे हुंदे सन। ਉਹ ਕਰਜ਼ੇ ਦੇ ਉੱਤੇ ਉਹ ਕਰਜ਼ਾ ਦੇਣ ਲਈ ਉਹ ਇੱਕ ਪਰਨੋਟ ਦੇ ਉੱਤੇ ਸਾਈਨ ਕਰਵਾਉਂਦੇ ਸੀ। ਉਹ ਸਰਕਾਰੀ ਕਾਗਜ਼ ਹੁੰਦਾ ਸੀਗਾ। ਤੇ ਜੱਜ ਨੂੰ ਵਕੀਲ ਨੇ ਕਿਹਾ ਕਿ ਤੁਸੀਂ ਜੱਜ ਸਾਹਮਣੇ ਕਹਿਣਾ ਕਿ ਇਸ ਪਰਨੋਟ ਉੱਤੇ ਤੁਹਾਡੇ ਦਸਤਖਤ ਨਹੀਂ ਹਨ, ਕਿਉਂਕਿ ਇਹਦੇ ਉੱਤੇ ਜਿਹੜੇ ਦਸਤਖਤ ਹੋਏ ਹਨ, ਸਾਈਨ ਹੋਏ ਹਨ, ਸਿਗਨੇਚਰ ਹੋਏ ਹਨ, ਉਹ ਉਰਦੂ ਵਿੱਚ ਹੋਏ ਹਨ ਤੇ ਤੁਹਾਨੂੰ ਉਰਦੂ ਨਹੀਂ ਆਉਂਦੀ ਹੈ। ਤੁਸੀਂ ਨਾ ਹੀ ਗਿਰਧਾਰੀ ਸ਼ਾਹ ਕੋਲੋਂ ਕੋਈ ਕਰਜ਼ਾ ਲਿਆ ਹੈ। ਇਹ ਗੱਲ ਤੁਸੀਂ ਜੱਜ ਦੇ ਸਾਹਮਣੇ ਜਾ ਕੇ ਕਹਿਣੀ ਹੈ। ਅੱਗੇ ਬਾਬਾ ਕਹਿੰਦਾ ਹੈ, ਮੈਂ ਕਰਜ਼ਾ ਤਾਂ ਲਿਆ ਹੈ, ਪਰ ਨੋਟ ਉੱਤੇ ਦਸਤਖਤ ਵੀ ਮੇਰੇ ਹੀ ਹਨ। ਉਰਦੂ ਮੈਨੂੰ ਚੰਗੀ ਤਰ੍ਹਾਂ ਆਉਂਦੀ ਹੈ। ਬਾਬੇ ਨੇ ਉਲਝਣ ਜਿਹੀ ਵਿੱਚ ਆਖਿਆ। ਤੁਸੀਂ ਵਿਚਲੀ ਗੱਲ ਸਮਝੋ, ਵਕੀਲ ਨੇ ਜ਼ੋਰ ਦੇ ਕੇ ਆਖਿਆ। ਪਰ ਨੋਟ ਉੱਤੇ ਤੁਹਾਡੇ ਤੋਂ ਬਿਨਾਂ 2 ਗਵਾਹਾਂ ਦੇ ਦਸਤਖਤ ਹਨ। ਤੁਸੀਂ ਦੱਸਿਆ ਹੈ ਕਿ ਉਹਨਾਂ ਵਿੱਚੋਂ ਇੱਕ ਮਰ ਗਿਆ ਹੈ ਤੇ ਦੂਜਾ ਇੰਗਲੈਂਡ ਵਿੱਚ ਜਾ ਕੇ ਵਸ ਗਿਆ ਹੈ। ਤੇ ਬਾਬੇ ਨੇ ਕਿਹਾ ਕਿ ਮੈਂ ਇਸ ਪਰਨੋਟ ਉੱਤੇ ਸਾਈਨ ਕੀਤੇ ਹਨ, ਤੁਸੀਂ ਮੈਨੂੰ ਉਲਝਾਓ ਨਾ, ਮੈਂ ਉਰਦੂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਜੋ ਸਿਗਨੇਚਰ ਹਨ ਇਹ ਮੇਰੇ ਹੀ ਕੀਤੇ ਹੋਏ ਹਨ। ਤੇ ਅੱਗੇ ਵਕੀਲ ਕਹਿੰਦਾ ਹੈ ਕਿ ਤੁਸੀਂ ਵਿਚਲੀ ਗੱਲ ਨੂੰ ਸਮਝੋ, ਜਿਹੜੀ ਮੈਂ ਤੁਹਾਨੂੰ ਗੱਲ ਸਮਝਾਉਣੀ ਚਾਹੁੰਦਾ ਹਾਂ ਕਿ ਕਿਉਂਕਿ ਪਰਨੋਟ ਉੱਤੇ ਤੁਹਾਡੇ ਤੋਂ ਬਿਨਾਂ 2 ਗਵਾਹਾਂ ਦੇ ਹੋਰ ਸਾਈਨ ਹਨ, ਉਹਨਾਂ ਵਿੱਚੋਂ ਇੱਕ ਮਰ ਗਿਆ ਹੈ ਤੇ ਦੂਜਾ ਇੰਗਲੈਂਡ ਦੇ ਵਿੱਚ ਜਾ ਕੇ ਵਸ ਗਿਆ ਹੈ। ਬੇਟਾ ਅੱਜ ਦਾ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਆ, ਵਕੀਲ ਜਿਹੜਾ ਹੈ ਬਾਬੇ ਨਾਲ ਗੱਲ ਕਰ ਰਿਹਾ ਹੈ ਤੇ ਗਿਰਧਾਰੀ ਸ਼ਾਹ ਜੋ ਹੈ ਉਹਨਾਂ ਦੀਆਂ ਗੱਲਾਂ ਸੁਣ ਰਿਹਾ। ਇਸ ਤਰ੍ਹਾਂ ਆ ਕੇ ਚੋਰੀ ਉਹਨਾਂ ਦੇ ਪਿੱਛੇ ਖੜਾ ਹੋ ਜਾਂਦਾ ਹੈ। ਇਹ ਤਾਂ ਠੀਕ ਹੈ, ਪਰ ਵਕੀਲ ਨੇ ਉਸ ਦੀ ਗੱਲ ਨੂੰ ਟੋਕਿਆ। ਬਸ ਮੇਰੇ ਦੱਸੇ ਬਿਆਨ ਤੇ ਟਿਕੇ ਰਹੋ, ਫਿਰ ਵੇਖਿਓ ਗਿਰਧਾਰੀ ਸ਼ਾਹ ਦਾ ਕੀ ਹਾਲ ਹੁੰਦਾ ਹੈ। ਉਹਦੇ ਵਕੀਲ ਦਾ ਸਾਰਾ ਜ਼ੋਰ ਇਹੀ ਸਾਬਤ ਕਰਨ ਤੇ ਲੱਗ ਜਾਓ ਕਿ ਦਸਤਖਤ ਤੁਹਾਡੇ ਹੀ ਨੇ। ਮੋਹਲਤ ਤਾਂ ਫਿਰ ਆਪਣੇ ਆਪ ਹੀ ਮਿਲ ਗਈ ਸਮਝੋ। ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਰੁਪਏ ਵੀ ਵਾਪਸ ਨਾ ਕਰਨੇ ਪੈਣ। ਕਿ ਵਕੀਲ ਕਹਿੰਦਾ ਹੈ ਕਿ ਤੁਸੀਂ ਮੇਰੀ ਗੱਲ ਨੂੰ ਸਮਝੋ, ਠੀਕ ਹੈ, ਮੈਂ ਜੋ ਦੱਸਿਆ ਹੈ ਉਸੇ ਬਿਆਨ ਤੇ ਟਿਕੇ ਰਹੋ, ਕਿਉਂਕਿ ਗਿਰਧਾਰੀ ਸ਼ਾਹ ਦਾ ਵਕੀਲ ਇਹ ਗੱਲ ਹੀ ਸਾਬਤ ਕਰਨ ਦੇ ਵਿੱਚ ਪੂਰਾ ਜ਼ੋਰ ਲਾ ਦੇਗਾ ਕਿ ਉਹ ਸਾਈਨ ਤੁਹਾਡੇ ਹੈਗੇ ਵੀ ਹੈ ਜਾਂ ਨਹੀਂ ਹਨ। ਤੇ ਮੈਂ ਉਹਦੇ ਲਈ ਤਾਂ ਜੱਜ ਕੋਲੋਂ ਹੋਰ ਸਾਨੂੰ ਮੋਹਲਤ ਮਿਲ ਜਾਏਗੀ ਤੇ ਸ਼ਾਇਦ ਹੋ ਸਕਦਾ ਹੈ ਕਿ ਤੁਹਾਨੂੰ ਪੈਸੇ ਹੀ ਨਾ ਵਾਪਸ ਕਰਨੇ ਪੈਣ, ਕਿਉਂਕਿ ਮੈਂ ਇਸ ਕੇਸ ਨੂੰ ਜੋ ਹੈ ਝੂਠਾ ਬਣਾ ਦੇਣਾ ਹੈ। ਬਾਬੇ ਨੂੰ ਵਕੀਲ ਦੀ ਗੱਲ ਉੱਤੇ ਗੁੱਸਾ ਆ ਗਿਆ। ਉਹ ਕੁਝ ਤਲਖ ਹੁੰਦਿਆਂ ਬੋਲਿਆ। ਬੇਟਾ ਤਲਖ ਤੋਂ ਭਾਵ ਹੁੰਦਾ ਆ ਗਰਮ ਹੋ ਕੇ ਬੋਲਣਾ। ਮੈਂ ਤੁਹਾਨੂੰ ਇਸ ਲਈ ਵਕੀਲ ਨਹੀਂ ਸੀ ਕੀਤਾ ਕਿ ਮੈਨੂੰ ਨਿਆਂ ਦੇ ਕਟਹਿਰੇ ਵਿੱਚ ਖੜਾ ਕਰਕੇ ਝੂਠ ਬੁਲਾਓ। ਪਰ ਨੋਟ ਅਸਲੀ ਹੈ ਅਤੇ ਦਸਤਖਤ ਵੀ ਮੇਰੇ ਹਨ। ਮੈਂ ਗਿਰਧਾਰੀ ਸ਼ਾਹ ਤੋਂ ਕਰਜ਼ਾ ਲਿਆ ਹੈ। ਕਰਜ਼ਾ ਤਾਂ ਮੈਂ ਹਰ ਹਾਲਤ ਵਿੱਚ ਵਾਪਸ ਕਰਨਾ ਹੈ। ਮੈਨੂੰ ਤਾਂ ਬਸ 3 ਕੁ ਮਹੀਨਿਆਂ ਦੀ ਮੋਹਲਤ ਚਾਹੀਦੀ ਹੈ ਤਾਂ ਕਿ ਮੈਂ ਰੁਪਇਆਂ ਦਾ ਪ੍ਰਬੰਧ ਕਰ ਸਕਾਂ।
ਬਾਬਾ ਜੋ ਸੀ ਬੇਟਾ ਬਹੁਤ ਇਮਾਨਦਾਰ ਸੀ। ਉਹਨੇ ਵਕੀਲ ਨੂੰ ਕਿਹਾ ਕਿ ਉਹਨੂੰ ਗੁੱਸਾ ਆ ਗਿਆ ਸੀ ਤੇ ਬਾਬੇ ਨੇ ਵਕੀਲ ਨੂੰ ਕਿਹਾ ਕਿ ਮੈਂ ਤੁਹਾਨੂੰ ਇਸ ਲਈ ਨਹੀਂ ਕੀਤਾ ਕਿ ਤੁਸੀਂ ਮੈਨੂੰ ਕਚਹਿਰੀ ਦੇ ਵਿੱਚ ਝੂਠ ਬੁਲਵਾਓ। ਮੈਂ ਇਹ ਦੱਸਣਾ ਚਾਹੁੰਦਾ ਕਿ ਪਰਨੋਟ ਉੱਤੇ ਮੈਂ ਹੀ ਸਾਈਨ ਕੀਤੇ ਹਨ। ਮੈਂ ਗਿਰਧਾਰੀ ਸ਼ਾਹ ਤੋਂ ਕਰਜ਼ਾ ਲਿਆ ਹੈ ਤਾਂ ਮੈਨੂੰ ਸਿਰਫ ਔਰ ਸਿਰਫ 3 ਮਹੀਨਿਆਂ ਦੀ ਮੌਲਤ ਚਾਹੀਦੀ ਹੈ, ਕਿਉਂਕਿ ਮੈਂ ਹਰ ਹਾਲਤ ਵਿੱਚ ਉਸ ਦਾ ਕਰਜ਼ਾ ਜੋ ਹੈ ਉਹ ਵਾਪਸ ਕਰਨਾ ਹੈ। ਕੇਸ ਜਿੱਤਣ ਲਈ ਬਾਬਾ ਝੂਠ ਤੇ ਫਰੇਬ ਦਾ ਆਸਰਾ ਲੈਣ ਲਈ ਤਿਆਰ ਨਹੀਂ ਸੀ। ਵਕੀਲ ਨੇ ਬਾਬੇ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਖਿੱਚ ਕੇ ਆਪਣੇ ਕੈਬਨ ਵੱਲ ਤੁਰ ਗਿਆ ਕਿ ਬਾਬਾ ਕਹਿੰਦਾ ਸੀ ਕਿ ਮੈਂ ਕੇਸ ਜਿੱਤਣ ਲਈ ਝੂਠ ਅਤੇ ਧੋਖੇ ਦਾ ਸਹਾਰਾ ਨਹੀਂ ਨਾ ਬੇਟਾ, ਫਰੇਬ ਦਾ ਮਤਲਬ ਹੁੰਦਾ ਧੋਖਾ, ਨਹੀਂ ਸਹਾਰਾ ਲੈਣਾ ਹੈ। ਵਕੀਲ ਨੇ ਬਾਬੇ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਰ ਕੇ ਵਕੀਲ ਜੋ ਹੈ ਖਿੱਚ ਕੇ ਆਪਣੇ ਕੈਬਨ ਵੱਲ ਨੂੰ ਚਲਾ ਗਿਆ। ਕੰਧ ਦੇ ਦੂਜੇ ਪਾਸੇ ਖਲੋਤੇ ਗਿਰਧਾਰੀ ਸ਼ਾਹ ਨੇ ਦੋਹਾਂ ਦੀ ਪੂਰੀ ਗੱਲਬਾਤ ਸੁਣੀ ਸੀ। ਉਹਨੂੰ ਆਪਣੀ ਨੀਚਤਾ ਉੱਤੇ ਬਹੁਤ ਸ਼ਰਮ ਆਈ। ਕਿਸੇ ਨੇ ਬਾਬੇ ਵਿਰੁੱਧ ਉਸ ਦੇ ਕੰਨ ਭਰ ਦਿੱਤੇ ਸਨ ਤੇ ਉਹ ਵੀ ਉਸ ਦੋਖੀ ਦੀ ਗੱਲਾਂ ਵਿੱਚ ਆ ਗਿਆ ਸੀ। ਉਹ ਕਾਹਲੇ ਕਦਮੀ ਬਾਬੇ ਕੋਲ ਪਹੁੰਚ ਗਿਆ ਕਿ ਕੰਧ ਦੇ ਦੂਜੇ ਪਾਸੇ ਬੇਟਾ ਆਪਾਂ ਫੋਟੋ ਦੇ ਵਿੱਚ ਦੇਖਿਆ ਆ ਕਿ ਕੰਧ ਦੇ ਦੂਜੇ ਪਾਸੇ ਉਹ ਬਾਬੇ ਦੀ ਤੇ ਵਕੀਲ ਦੀ ਗੱਲ ਸੁਣ ਰਿਹਾ ਸੀ ਪੂਰੀ। ਤਾਂ ਉਹਨੂੰ ਆਪਣੀ ਨੀਚਤਾ ਉੱਤੇ ਸ਼ਰਮ ਆਈ ਕਿ ਉਸਨੇ ਬਾਬੇ ਦੇ ਉੱਤੇ ਇਸ ਤਰ੍ਹਾਂ ਦਾ ਕੇਸ ਕੀਤਾ ਜੋ ਕਿ ਇੱਕ ਇਮਾਨਦਾਰ ਵਿਅਕਤੀ ਹੈ, ਕਿਉਂਕਿ ਬਾਬੇ ਦੇ ਕਿਸੇ ਦੁਸ਼ਮਣ ਨੇ ਬੇਟਾ, ਦੋਖੀ ਤੋਂ ਭਾਵ ਹੁੰਦਾ ਹੈ ਦੁਸ਼ਮਣ, ਕਿਸੇ ਦੁਸ਼ਮਣ ਨੇ ਗਿਰਧਾਰੀ ਸ਼ਾਹ ਦੇ ਕੰਨ ਭਰ ਦਿੱਤੇ ਸਨ ਕਿ ਤੂੰ ਬਾਬੇ ਦੇ ਕੇਸ ਕਰ ਤੇ ਉਸ ਕੋਲੋਂ ਕਰਜ਼ੇ ਲਈ ਪੈਸੇ ਵਾਪਸ ਮੰਗ, ਜੋ ਉਸਨੇ ਕਰਜ਼ਾ ਲਿਆ ਹੈ ਉਸ ਦੇ ਪੈਸੇ ਉਸ ਕੋਲੋਂ ਵਾਪਸ ਮੰਗ। ਤੇ ਉਹ ਵੀ ਉਸ ਵਿਅਕਤੀ ਦੀ ਗੱਲ ਵਿੱਚ ਆ ਕੇ ਬਾਬੇ ਕੋਲ ਪਹੁੰਚ ਗਿਆ। ਉਸਨੇ ਦੋਵਾਂ ਹੱਥ ਜੋੜ ਕੇ ਬਾਬੇ ਨੂੰ ਆਖਿਆ, ਮੈਨੂੰ ਮਾफ़ ਕਰ ਦਿਓ, ਤੁਹਾਨੂੰ ਸਮਝਣ ਵਿੱਚ ਮੈਥੋਂ ਭੁੱਲ ਹੋ ਗਈ, ਮੈਨੂੰ ਆਪਣੀ ਰਕਮ ਵਾਪਸ ਲੈਣ ਦੀ ਕੋਈ ਕਾਹਲੀ ਨਹੀਂ। ਉਹਨੇ ਬਾਬੇ ਕੋਲ ਆਇਆ ਤੇ ਬਾਬੇ ਨੂੰ ਕਿਹਾ ਕਿ ਮੈਨੂੰ ਮਾफ़ ਕਰ ਦਿਓ, ਮੈਂ ਜੋ ਤੁਹਾਡੇ ਉੱਤੇ ਰਕਮ ਲੈਣ ਲਈ ਪ੍ਰੈਸ਼ਰ ਪਾਇਆ ਹੋਇਆ ਸੀ, ਮੈਨੂੰ ਇਸ ਦੀ ਕੋਈ ਜਲਦੀ ਨਹੀਂ ਹੈ, ਤੁਹਾਡੇ ਕੋਲ ਜਦੋਂ ਪੈਸੇ ਹੋਣ ਤਾਂ ਤੁਸੀਂ ਮੈਨੂੰ ਵਾਪਸ ਕਰ ਸਕਦੇ ਹੋ। ਪਰ ਗਿਰਧਾਰੀ ਸ਼ਾਹ ਜੀ, ਮੈਨੂੰ ਆਪਣੇ ਸਿਰ ਤੋਂ ਕਰਜ਼ੇ ਦਾ ਭਾਰ ਉਤਾਰਨ ਦੀ ਬਹੁਤ ਕਾਹਲੀ ਹੈ। ਬਾਬਾ ਧੰਨਵਾਦੀ ਹੁੰਦਿਆਂ ਆਖਿਆ। ਬਾਬੇ ਨੇ ਧੰਨਵਾਦੀ ਹੁੰਦੇ ਹੋਏ ਗਿਰਧਾਰੀ ਸ਼ਾਹ ਨੂੰ ਕਿਹਾ ਕਿ ਗਿਰਧਾਰੀ ਸ਼ਾਹ ਜੀ, ਮੈਂ ਆਪਣੇ ਸਿਰ ਤੋਂ ਕਰਜ਼ਾ ਲਾਉਣਾ ਚਾਹੁੰਦਾ ਹਾਂ, ਕਿਉਂਕਿ ਮੈਨੂੰ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਫਿਕਰ ਹੈ। ਮੈਨੂੰ ਬਸ ਸਿਰਫ 3 ਮਹੀਨਿਆਂ ਦੀ ਮੋਹਲਤ ਦੇ ਦਿਓ। ਬੇਟਾ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਰਹੇ ਹੋ ਬਾਬਾ ਤੇ ਗਿਰਧਾਰੀ ਸ਼ਾਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਹਨ, ਇੱਕ ਦੂਜੇ ਦੀਆਂ ਬਾਹਾਂ ਦੇ ਵਿੱਚ ਬਾਹਾਂ ਪਾਈਆਂ ਹੋਈਆਂ ਹਨ ਕਿ 3 ਕਿਉਂ, ਮੈਨੂੰ ਤਾਂ 13 ਮਹੀਨਿਆਂ ਬਾਅਦ ਹੀ ਰੁਪਇਆਂ ਦੀ ਲੋੜ ਪੈਣੀ ਹੈ। ਗਿਰਧਾਰੀ ਸ਼ਾਹ ਨੇ ਕਿਹਾ। ਬਾਬਾ ਅੱਗੇ ਕਹਿ ਰਿਹਾ ਕਿ ਨਹੀਂ, ਮੈਂ 3 ਮਹੀਨਿਆਂ ਤੱਕ ਹੀ ਰਕਮ ਚੁਕਾ ਦੇਵਾਂਗਾ। ਨਹੀਂ 13 ਮਹੀਨੇ। ਗਿਰਧਾਰੀ ਸ਼ਾਹ ਕਹਿੰਦਾ ਕੋਈ ਗੱਲ ਨਹੀਂ, 13 ਮਹੀਨਿਆਂ ਤੱਕ ਤੁਸੀਂ ਰਕਮ ਜੋ ਚੁਕਾ ਸਕਦੇ ਹੋ। ਨਹੀਂ, ਮੈਨੂੰ 3 ਮਹੀਨਿਆਂ ਦੀ ਮੋਹਲਤ ਚਾਹੀਦੀ। ਬਾਬੇ ਨੇ ਕਿਹਾ ਨਹੀਂ ਨਹੀਂ। ਕਰਦਿਆਂ ਦੋਵੇਂ ਉੱਚੀ ਉੱਚੀ ਹੱਸਣ ਲੱਗ ਪਏ ਤੇ ਇੱਕ ਦੂਜੇ ਨੂੰ ਬਾਹਾਂ ਵਿੱਚ ਲੈ ਲਿਆ ਕਿ ਦੋਵੇਂ ਨਹੀਂ ਨਹੀਂ ਕਰਦੇ ਤੇ ਇੱਕ ਦੂਜੇ ਵੱਲ ਦੇਖ ਕੇ ਉੱਚੀ ਉੱਚੀ ਹੱਸਣ ਲੱਗ ਪਏ ਤਾਂ ਦੋਵਾਂ ਨੇ ਇੱਕ ਦੂਜੇ ਨੂੰ ਗੱਲ ਬੱਕੜੀ ਪਾ ਲਈ। ਸੋ ਪਿਆਰੇ ਵਿਦਿਆਰਥੀਓ, ਇਹ ਸੀ ਪਾਠ ਸੱਚ ਦੀ ਲੋੜ ਦੀ ਵਿਆਖਿਆ। ਉਮੀਦ ਕਰਦਾ ਹਾਂ ਇਹ ਤੁਹਾਨੂੰ ਵਿਆਖਿਆ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹੁਣ ਆਪਣੇ ਪੰਜਾਬੀ ਅਧਿਆਪਕ ਸ਼ਿਵਦੇਵ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ।